ਦੇਖੋ ਜੀ, ਪੰਜਾਬ ਦਾ ਕੀ ਇਹ ਇੰਡੀਆ ਦੀ ਹਿਸਟਰੀ ਵਿੱਚ ਪਹਿਲਾ ਅੰਦੋਲਨ ਹੈ ਜਿਹੜਾ ਅੱਜ ਜੀ ਤੱਕ ਕਦੇ ਇਸ ਕਿਸਮ ਦਾ ਪਿਛਲੇ 70 ਸਾਲਾਂ 'ਚ ਵੀ ਨਹੀਂ ਹੋਇਆ। ਜੇ ਅਸੀਂ ਪਿੱਛੇ ਜਾਈਏ, ਪਿੱਛੇ ਇਹੋ ਜਿਹੀਆਂ ਲਹਿਰਾਂ ਉੱਠੀਆਂ, ਪਰ ਇਸ ਲੈਵਲ ਤੇ ਨਹੀਂ ਉੱਠੀਆਂ ਜਿਸ ਤਰੀਕੇ ਦੀ ਇਹ ਉੱਠੀ ਹੈ ਲਹਿਰ। ਸਾਡੀ 1920 ਈਸਵੀ 47 'ਚ ਆਜ਼ਾਦੀ ਹੋਈ, ਉਹਨਾਂ 'ਚ ਵੀ ਇਸ ਕਿਸਮ ਦੇ ਲਸਾਨੀ ਯੂਨੀਕ ਕਿਸਮ ਦੇ ਇਕੱਠ ਨਹੀਂ ਦੇਖੇ, ਅੰਦੋਲਨ ਨਹੀਂ ਦੇਖਿਆ ਜਿਹਦੇ ਵਿੱਚ ਸਬਰ, ਸਿਰ, ਸੰਤੋਖ ਸਾਰਿਆਂ ਦਾ ਪ੍ਰਗਟਾਵਾ ਹੋਇਆ ਹੋ। ਪਹਿਲੇ ਕਾਂਗਰਸ ਨੇ ਇੰਦਰਾ ਗਾਂਧੀ ਦੇ ਸਮਿਆਂ ਵਿੱਚ ਇਹ ਸਾਰਾ ਕੁਝ ਹੋਇਆ, ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਸਾਰਾ, ਉਹਦੇ ਵਿੱਚ ਵੀ ਤੁਸੀਂ ਹਿੰਦੂ ਵੋਟ ਬੈਂਕ ਨੂੰ ਬਹੁਤ ਵੱਡੇ ਲੈਵਲ ਤੇ ਇਕੱਠਾ ਕੀਤਾ। ਅੱਜ ਵੀ ਉਹ ਜਿਹੜਾ ਟਰਾਈਡ ਕੀਤਾ ਵਾ, ਜਿਹੜਾ ਪਹਿਲਾਂ ਟੈਸਟਡ ਜਿਹੜਾ ਫਾਰਮੂਲਾ, ਉਹ ਫਾਰਮੂਲਾ ਇੱਥੇ ਵੀ ਵਰਤਿਆ ਜਾ। ਇਸੇ ਕਰਕੇ 26 ਜਨਵਰੀ ਨੂੰ ਇਹ ਫਾਰਮੂਲੇ ਨੂੰ ਦੀ ਕੋਸ਼ਿਸ਼ ਕੀਤੀ ਉਹਨਾਂ ਨੇ। ਇਹ ਜਿਹੜੇ ਵੰਡ ਕਰਨ ਦੀ ਤੇ ਪੋਲਰਾਈਜ਼ ਕਰਨ ਦੀ ਜਿਹੜੀ ਪਾਲਿਸੀ ਹੈ ਇੰਡੀਆ ਦੀ ਹੈ, ਸਰਕਾਰ ਦੀ ਹੈ, ਇਹ ਪੁਰਾਣੀ ਚੱਲੀ ਆਉਂਦੀ ਹੈ। ਬੇਸ਼ੱਕ ਸਰਕਾਰਾਂ ਬਦਲ ਗਈਆਂ, ਹੁਣ ਤਾਂ ਬਹੁਤ ਸਿੱਧੇ ਲੈਵਲ ਤੇ ਇਹ ਇਸ ਕਿਸਮ ਦੇ ਜਿਹੜੇ ਹੱਥ ਕੰਡੇ ਉਹ ਵਰਤੇ ਜਾ ਰਹੇ ਆ। ਗੱਲ ਨੂੰ ਸਾਰੀ ਕਿਸਾਨ ਮੁੱਦਿਆਂ ਤੋਂ ਪਾਸੇ ਭਟਕਾ ਕੇ ਤੇ ਕੁਝ ਹੋਰ ਪਾਸੇ ਲੈ ਜਾਣ ਬੁੱਝ ਕੇ ਅਰੈਸਟਾਂ ਕਰਨੀਆਂ, ਜਾਣ ਬੁੱਝ ਕੇ ਬੰਦਿਆਂ ਦੇ ਉੱਤੇ ਕੇਸ 200-300 ਬੰਦੇ ਨੂੰ ਫੜ ਲੈਣਾ, ਇਹ ਸਾਰਾ ਕੁਝ ਉਸੇ ਪ੍ਰਕਿਰਿਆ ਦਾ ਹਿੱਸਾ ਹੈ। ਸਵਾਲ ਤਾਂ ਇਹ ਆ ਵੀ ਤੁਸੀਂ ਕਿਸਾਨੀ ਮੁੱਦਿਆਂ ਤੋਂ ਭਟਕਾ ਦਿਓ ਲੋਕਾਂ ਨੂੰ। ਕਿਸਾਨੀ ਮੁੱਦਿਆਂ ਤੇ ਜਿਨ੍ਹਾਂ ਤੇ ਵਿੱਢੀ ਗਈ ਹੈ, ਇਹ ਕਿਸਾਨੀ ਮੁੱਦੇ ਨਹੀਂ ਆ, ਉਹ ਜ਼ਿੰਦਗੀ ਮੌਤ ਦਾ ਸਵਾਲ ਹੈ, ਸਮਾਜਿਕ ਵੀ ਹੈ, ਆਰਥਿਕਤਾ ਵੀ ਹੈ, ਤੇ ਉਹਦੇ 'ਚ ਸਿਆਸੀ ਗੱਲਾਂ ਸਾਰੀਆਂ ਬਾਹਰ ਉਹਦੇ 'ਚੋਂ ਨਿਕਲਣਗੀਆਂ ਜੇ ਸਿੱਧਾ ਤੁਹਾਨੂੰ ਸਿਆਸੀ ਨਹੀਂ ਲੱਗਦਾ। ਈਵਨ ਚੀਨ ਦਾ ਦੇਖੋ ਤੁਸੀਂ, ਚੀਨ ਦੀ ਵੀ ਦੁਨੀਆ ਦੀ ਸਬਸਿਡੀ ਤੋਂ ਜ਼ਿਆਦਾ ਹੈ, 200 ਬਿਲੀਅਨ ਡਾਲਰ ਦੀ ਸਬਸਿਡੀ ਹੈ, ਜਦੋਂ ਸਾਰੇ ਯੂਰਪ ਦੀ 100 ਬਿਲੀਅਨ ਡਾਲਰ ਦੇ ਨੇੜੇ ਸਬਸਿਡੀ ਹੈ, ਤੇ ਸਾਡੀ ਕਿਸਾਨੀ ਨੂੰ ਸਿਰਫ 11 ਬਿਲੀਅਨ ਸਬਸਿਡੀ ਸਾਲ ਦੀ ਮਿਲਦੀ ਹੈ। ਅਸੀਂ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ। ਉਹ ਸਬਸਿਡੀਆਂ ਦੇ ਉੱਤੇ, ਸਰਕਾਰੀ ਸਪੋਰਟ ਦੇ ਉੱਤੇ ਉਹ ਖੇਤੀਆਂ ਚੱਲਦੀਆਂ, ਫਿਰ ਵੀ ਖੇਤੀਆਂ 'ਚ ਲੋਕ ਨਿਕਲ ਰਹੇ। ਸਾਨੂੰ ਪਾਰਟੀਆਂ ਬਾਰੇ, ਜਿਹੜੀਆਂ ਸਾਡੀਆਂ ਮੇਨ ਸਟ੍ਰੀਮ ਪਾਰਟੀਆਂ ਜਿਹੜੀਆਂ ਇਲੈਕਸ਼ਨ ਲੜਦੀਆਂ ਤੇ ਸੱਤਾ ਦੀ ਲੜਾਈ ਲੜਦੀਆਂ, ਪਾਵਰ ਪੋਲਿਟਿਕਸ ਕਰਦੀਆਂ, ਅਸੀਂ ਉਹਨਾਂ ਬਾਰੇ ਕਲੀਅਰ ਹੋਣਾ ਚਾਹੀਦਾ। ਪਾਵਰ ਪੋਲਿਟਿਕਸ ਆ, ਸੱਤਾ 'ਚ ਕੁਰਸੀ ਤੱਕ ਪਹੁੰਚਣ ਦੀ ਉਹਨਾਂ ਦੀ ਪੋਲਿਟਿਕਸ ਹੁੰਦੀ ਹੈ, ਉਸੇ 'ਚ ਉਹਨਾਂ ਨੇ ਵੋਟ ਬੈਂਕ ਤਿਆਰ ਕਰਨਾ ਹੁੰਦਾ, ਸੰਘਰਸ਼ ਕਰਨਾ। ਉਹਦੇ ਵਿੱਚ ਪਾਰਟੀਆਂ ਤਾਂ ਹੀ ਪਾਸੇ ਕੱਢੀਆਂ ਗਈਆਂ, ਇਸੇ ਕਰਕੇ ਪਾਰਟੀਆਂ ਉਹ ਆਪਦਾ ਕੁਝ ਕਰੀ ਜਾਣ ਨਾ ਕਰੀ ਜਾਣ, ਉਹਨਾਂ ਨੂੰ ਤੁਸੀਂ ਸਟੇਜ ਤੇ ਵੀ ਨਹੀਂ ਬੋਲਣ ਦਿੰਦੇ, ਕਿਉਂਕਿ ਉਹਨਾਂ ਨੇ ਤਾਂ ਸੱਤਾ ਦੀ ਲੜਾਈ ਲੜਨੀ ਹੈ, ਕੁਰਸੀਆਂ ਦੀ ਲੜਾਈ ਲੜਨੀ ਹੈ, ਤੇ ਇਸ ਸਿਸਟਮ ਨੂੰ ਸਟੇਟਸ ਕਿਉਂ ਇਉਂ ਦੀ ਤਿਉਂ ਰੱਖਣਾ। ਆਮਣੋ ਸਾਹਮਣੇ ਪ੍ਰੋਗਰਾਮ ਜਗਤਾਰ ਸਿੰਘ ਸਿੱਧੂ ਦੇ ਦਰਸ਼ਕਾਂ ਦਾ ਸਵਾਗਤ ਹੈ। ਅੱਜ ਸਾਡੇ ਨਾਲ ਹਨ ਸੀਨੀਅਰ ਜਰਨਲਿਸਟ ਜਸਪਾਲ ਸਿੰਘ ਸਿੱਧੂ। ਪੰਜਾਬ 'ਚ ਉੱਠੀਆਂ ਲਹਿਰਾਂ ਤੇ ਵਾਪਰੀਆਂ ਵੱਡੀਆਂ ਘਟਨਾਵਾਂ ਦੀਆਂ ਜ਼ਮੀਨੀ ਹਕੀਕਤਾਂ ਨਾਲ ਨੇੜੇ ਹੋਏ ਪੱਤਰਕਾਰ। ਇਹਨਾਂ ਦਿਨਾਂ 'ਚ ਅਕਸਰ ਇਹਨਾਂ ਗੱਲਾਂ ਦੀ ਬਹੁਤ ਚਰਚਾ ਹੁੰਦੀ ਹੈ। ਗੋਦੀ ਮੀਡੀਆ, ਮੋਦੀ ਮੀਡੀਆ। ਪੰਜਾਬ ਨੂੰ ਮਾਣ ਹੈ ਕਿ ਸਿਦਕ ਦਿਲੀ ਨਾਲ ਲੋਕ ਹਿੱਤਾਂ ਲਈ ਪਹਿਰਾ ਦੇਣ ਵਾਲੇ ਜਸਪਾਲ ਸਿੰਘ ਸਿੱਧੂ ਵਰਗੇ ਪੱਤਰਕਾਰ ਵੀ ਪੰਜਾਬ ਕੋਲ ਹਨ। ਆਪਾਂ ਸਿੱਧੂ ਸਾਹਿਬ ਨਾਲ ਪੰਜਾਬ ਤੇ ਖੇਤੀ ਅੰਦੋਲਨ ਨਾਲ ਜੁੜੇ ਮੁੱਦਿਆਂ ਤੇ ਅੱਜ ਕਰਾਂਗੇ ਚਰਚਾ। ਸਿੱਧੂ ਜੀ, ਸਾਡੇ ਚੈਨਲ ਤੇ ਆਉਣ ਲਈ ਮੇਰੀ ਟੀਮ ਵੱਲੋਂ, ਮੇਰੇ ਦਰਸ਼ਕਾਂ ਵੱਲੋਂ ਤੁਹਾਡਾ ਸਵਾਗਤ ਹੈ। ਜੀ ਆਇਆਂ ਨੂੰ। ਧੰਨਵਾਦ ਜੀ, ਧੰਨਵਾਦ, ਸ਼ੁਕਰੀਆ। ਜਸਪਾਲ ਜੀ, ਜਿਸ ਮੁੱਦੇ ਤੇ ਆਪਾਂ ਗੱਲ ਕਰ ਰਹੇ ਹਾਂ, ਜਿਸ ਤਰੀਕੇ ਦੇ ਨਾਲ ਖੇਤੀ ਅੰਦੋਲਨ ਨੇ ਦੇਸ਼ ਦੇ ਬੂਹੇ ਨੂੰ ਖੜਕਾਇਆ ਹੈ, ਪੰਜਾਬ 'ਚੋਂ ਜਿਹੜਾ ਬਹੁਤ ਵੱਡਾ ਹੁੰਗਾਰਾ ਮਿਲਿਆ ਇਸ ਅੰਦੋਲਨ ਨੂੰ, ਉਸ ਦੇ ਮੱਦੇਨਜ਼ਰ ਤੁਸੀਂ ਜ਼ਮੀਨੀ ਹਕੀਕਤਾਂ 'ਚ ਕਿਵੇਂ ਦੇਖਦੇ ਹੋ? ਦੇਖੋ ਜੀ, ਪੰਜਾਬ ਦਾ ਕੀ ਇਹ ਇੰਡੀਆ ਦੀ ਹਿਸਟਰੀ ਵਿੱਚ ਪਹਿਲਾ ਅੰਦੋਲਨ ਹੈ ਜਿਹੜਾ ਅੱਜ ਤੱਕ ਕਦੇ ਇਸ ਕਿਸਮ ਦਾ ਪਿਛਲੇ 70 ਸਾਲਾਂ 'ਚ ਵੀ ਨਹੀਂ ਹੋਇਆ। ਜੇ ਅਸੀਂ ਪਿੱਛੇ ਜਾਈਏ, ਪਿੱਛੇ ਇਹੋ ਜਿਹੀਆਂ ਲਹਿਰਾਂ ਉੱਠੀਆਂ, ਪਰ ਇਸ ਲੈਵਲ ਤੇ ਨਹੀਂ ਉੱਠੀਆਂ ਜਿਸ ਤਰੀਕੇ ਦੀ ਇਹ ਉੱਠੀ ਹੈ ਲਹਿਰ। ਤੇ ਇਸ ਅੰਦੋਲਨ ਨੂੰ ਅਸੀਂ ਕਿਸੇ ਵੀ ਐਂਗਲ ਤੋਂ ਲੈ ਲਓ, ਇਹ ਬਹੁਤ ਵੱਡਾ ਆਪਣੇ ਆਪ ਵਿੱਚ ਅੰਦੋਲਨ, ਤੇ ਜਿਹਦਾ ਕੋਈ ਮੁਕਾਬਲਾ ਅਸੀਂ ਛੋਟੀਆਂ ਵੱਡੀਆਂ ਲਹਿਰਾਂ, ਮੈਨੂੰ ਤਾਂ ਇਹ ਵੀ ਕਹਿਣ ਨੂੰ ਦਿਲ ਕਰਦਾ ਕਈ ਵਾਰ ਵੀ ਸਾਡੀ ਜਿਹੜੀ ਇੰਡੀਪੈਂਡੈਂਸ ਤੇ ਫਰੀडम ਸਟਰਗਲ ਨੂੰ ਅਸੀਂ ਕਹਿੰਦੇ ਆ ਬਹੁਤ ਵੱਡੀ ਲਾਂਚ ਹੋਈ ਸੀ
ਅਸੀਂ ਜੇ ਇਹ ਤਾਂ ਉਹਦੇ ਵਿੱਚ ਵੀ ਕਈ ਵਾਰ ਇਸ ਤਰੀਕੇ ਦੀ ਕਮਿਟਮੈਂਟ ਵਚਨਬੱਧਤਾ ਸਾਹਮਣੇ ਨਹੀਂ ਆਈ ਵੀ ਲੰਬਾ ਸਮਾਂ ਤੱਕ ਲੋਕ ਇੱਥੇ ਬੈਠੇ ਰਹੇ। ਤੇ ਸਾਡੀ 1920 ਸੀ 47 ਚ ਆਜ਼ਾਦੀ ਹੋਈ, ਉਹਨਾਂ 'ਚ ਵੀ ਇਸ ਕਿਸਮ ਦੇ ਲਸਾਨੀ ਯੂਨੀਕ ਕਿਸਮ ਦੇ ਇਕੱਠ ਨਹੀਂ ਦੇਖੇ, ਅੰਦੋਲਨ ਨਹੀਂ ਦੇਖਿਆ ਜਿਹਦੇ ਵਿੱਚ ਸਬਰ, ਸਿਰੜ, ਸੰਤੋਖ ਸਾਰਿਆਂ ਦਾ ਪ੍ਰਗਟਾਵਾ ਹੋਇਆ ਹੋਵੇ ਤੇ ਕਲਚਰ ਦਾ ਪ੍ਰਗਟਾਵਾ ਹੋਵੇ ਤੇ ਜ਼ੋਰ ਸ਼ੋਰ ਨਾਲ ਲੋਕਾਂ ਨੂੰ ਬਿਲਕੁਲ ਬੈਠੇ ਹੋਣ ਉੱਤੇ ਉਹਨਾਂ ਨੂੰ ਹਿਲਾ ਨਾ ਸਕਦਾ ਹੋਵੇ ਤੇ ਲੰਬੀ ਲੜਾਈ ਲੜਨ ਦਾ ਲੋਕਾਂ ਦਾ ਤਹਈਆ ਹੋਵੇ। ਇਸ ਕਿਸਮ ਦਾ ਘੱਟ ਹੀ ਦੇਖਣ ਚ ਆਇਆ। ਜੀ ਸਿੱਧੂ ਸਾਹਿਬ, ਲੰਬੀ ਲੜਾਈ ਦਾ ਤਹਈਆ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਕੀ ਲੱਗਦੀ ਹੈ? ਬਿਲਕੁਲ ਠੀਕ ਹੈ ਕਿ ਹੁਣ ਇਹ ਦੇਸ਼ ਵਿਆਪੀ ਅੰਦੋਲਨ ਹੈ, ਪਰ ਪੰਜਾਬ ਦੀ ਧਰਾਤਲ ਤੋਂ ਉੱਠਿਆ ਅੰਦੋਲਨ, ਕੀ ਕਾਰਨ ਰਹੇ ਹੋਣਗੇ ਕਿ ਏਡੀ ਮਜ਼ਬੂਤੀ ਦੇ ਨਾਲ ਇਹ ਅੰਦੋਲਨ ਉੱਭਰ ਕੇ ਸਾਹਮਣੇ ਆਇਆ? ਦੇਖੋ ਜੀ, ਇਹਦੇ ਪਿੱਛੇ ਕਾਰਨ ਪੰਜਾਬ ਦਾ ਕਲਚਰ ਹੈ, ਪੰਜਾਬ ਦੀ ਰਹਿਤਲ ਹੈ, ਪੰਜਾਬ ਦਾ ਸੱਭਿਆਚਾਰ ਹੈ। ਇਹ ਸੱਭਿਆਚਾਰ ਨੂੰ ਜਦੋਂ ਮੈਂ ਗੱਲ ਕਰਦਾ ਉੱਥੇ ਮੇਨਲੀ ਮੁੱਖ ਤੌਰ ਉੱਤੇ ਉਹ ਸਿੱਖ ਸੱਭਿਆਚਾਰ ਹੈ। ਪੰਜਾਬ ਗੁਰਾਂ ਦੇ ਨਾਂ ਤੇ ਇਸ ਕਰਕੇ ਜਦੋਂ ਅਸੀਂ ਸਾਡੇ ਸੱਭਿਆਚਾਰ ਦੀ ਗੱਲ ਕਰਦੇ ਹਾਂ, ਉਹ ਪੰਜਾਬ ਸੱਭਿਆਚਾਰ ਦੀ, ਉਹਦੇ ਚ ਪੰਜਾਬੀ ਸੱਭਿਆਚਾਰ ਦੇ ਵਿੱਚ ਗੁਰੂਆਂ ਦਾ ਜਿਹੜਾ ਪਿਛੋਕੜ ਹੈ 200-250 ਸਾਲ ਦਾ, ਜਿਹੜਾ ਉਹਨਾਂ ਦੀ ਸਿੱਧੀ ਇੱਥੇ ਜਾ ਕੇ ਸੰਘਰਸ਼ ਦਾ ਮਾਹੌਲ, ਉੱਥੇ ਸੰਘਰਸ਼ ਦੀ ਉਹਨਾਂ ਦੀ ਕਰਮ ਭੂਮੀ ਹੈ, ਉਹਦਾ ਬਹੁਤ ਵੱਡਾ ਰੋਲ ਹੈ ਤੱਕ ਉਹੀ ਚੱਲਿਆ ਆਉਂਦਾ। ਤੇ ਉਸੇ ਦਾ ਹੈ ਜਿਹੜਾ ਕਿਸਾਨ ਉੱਥੇ ਪਹਿਲਾਂ ਜਿਹਨੇ ਅਗਵਾਈ ਵੀ ਕੀਤੀ ਹੈ, ਅਗਵਾਈ ਕਰਨ ਦਾ ਮਾਦਾ ਵੀ ਹੈ ਤੇ ਆਰਗੇਨਾਈਜ਼ ਹੋਣ ਦਾ ਮਾਦਾ ਵੀ, ਤੇ ਉਸ ਕਿਸਮ ਦੀ ਜ਼ਰੂਰਤ ਵੀ ਕੀਤੀ ਹੈ, ਉਹ ਸਾਰਾ ਸਿੱਖੀ ਕਦਰਾਂ ਤੋਂ ਪ੍ਰਭਾਵਿਤ ਹੈ। ਇਹ ਕੋਈ ਸ਼ੱਕ ਵਾਲੀ ਗੱਲ ਨਹੀਂ। ਬੇਸ਼ੱਕ ਉਹ ਲੈਫਟ ਪਿੱਛੇ ਗਿਆ, ਪਰ ਲੈਫਟ ਵਾਲੇ ਕਾਮਰੇਡ ਸਾਥੀ ਸੀ ਸਾਰੇ, ਉਹਨਾਂ ਦੇ ਪਿੱਛੇ ਉਹ ਲਾਮਬੰਦ ਹੋ ਕੇ ਗਿਆ। ਪਰ ਗਏ ਇਹ ਹੈ ਵੀ ਇੱਕ ਬੜੀ ਹੈਰਾਨੀ ਦੀ ਗੱਲ ਆ, ਲਾਲ ਝੰਡੇ ਪਿੱਛੇ, ਕਮਿਊਨਿਸਟ ਝੰਡੇ ਪਿੱਛੇ ਅੰਮ੍ਰਿਤਧਾਰੀ ਵੀ ਇੱਥੋਂ ਵਹੀਰਾਂ ਕੱਤ ਕੇ ਗਏ ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਵਿੱਚ ਕਿਸੇ ਵੀ ਲੈਵਲ ਤੇ। ਆ ਪੰਜਾਬ ਵਿੱਚ ਮੀਟਿੰਗਾਂ ਉਦੋਂ ਇਕੱਠੀਆਂ ਕਰਨ ਦੇ ਵਿੱਚ, ਨਾ ਦਿੱਲੀ ਦੇ ਬਾਰਡਰਾਂ ਤੱਕ ਪਹੁੰਚਣ ਵਿੱਚ। ਇਸ ਕਰਕੇ ਆਪਣੇ ਆਪ ਵਿੱਚ ਯੂਨੀਕ ਹੈ ਵੀ ਜਦੋਂ ਇੱਕ ਪਾਸੇ ਆਰਥਿਕਤਾ ਤੇ ਲੋਕ ਹਿੱਤ ਤੇ ਜਿਹੜੀਆਂ ਸਮਾਜਿਕ ਲੜਾਈਆਂ ਲਈ ਲੈਫਟ ਆਪਣੇ ਆਪ ਵਿੱਚ ਉਹਦੇ ਕੋਲੇ ਐਕਸਪਰਟੀਜ਼ ਹੈ, ਟ੍ਰੇਨਿੰਗ ਹੈ, ਉਹ ਲੜ ਸਕਦਾ। ਦੂਜੇ ਪਾਸੇ ਸਿੱਖ ਕੋਲੇ ਸਿੱਖ ਕਲਚਰ ਦੇ ਵਿੱਚ ਤੇ ਹਿਸਟਰੀ ਦੇ ਵਿੱਚ ਇੱਕ ਆਰਗੇਨਾਈਜ਼ ਹੋਣ ਦਾ ਵੱਡੇ ਲੈਵਲ ਉੱਤੇ ਤੇ ਦ੍ਰਿੜਤਾ ਦਿਖਾਉਣ ਦਾ, ਕੁਰਬਾਨੀ ਦਾ ਮਾਦਾ, ਉਹ ਸਾਰਾ ਹੈਗਾ। ਇਹ ਦੋਨਾਂ ਦਾ ਸੁਮੇਲ ਹੋਇਆ ਬਿਗਨਿੰਗ ਦੇ ਵਿੱਚ ਬਹੁਤ ਵੱਡੇ ਲੈਵਲ ਤੇ, ਅੱਜ ਵੀ ਸੁਮੇਲ ਹੈ। ਬੇਸ਼ੱਕ ਤੁਹਾਨੂੰ ਥੋੜੀਆਂ ਘੜੀਆਂ ਗੱਲਾਂ ਲੱਗਦੀਆਂ, ਐਡੇ ਵੱਡੇ ਦੇ ਵਿੱਚ ਹੋ ਸਕਦਾ ਹੁੰਦੀਆਂ ਛੋਟੀਆਂ ਮੋਟੀਆਂ, ਇਹ ਹਮੇਸ਼ਾ ਰਹਿੰਦੀਆਂ ਹੀ ਆ। ਇਸ ਕਰਕੇ ਇਹ ਸਾਰੀ ਗੱਲ ਸਾਨੂੰ ਮੂਵ ਕਰਕੇ ਲਗਾਈ ਹੈ। ਜਸਪਾਲ ਜੀ, ਜਿੱਦਾਂ ਤੁਸੀਂ ਕਿਹਾ ਕਿ ਏਡੇ ਵੱਡੇ ਅੰਦੋਲਨ ਨੂੰ ਸਾਨੂੰ ਜੋ ਸਾਡਾ ਪਿਛੋਕੜ ਹੈ ਜਿੱਥੇ ਮੂਵ ਕਰਕੇ ਲੈ ਕੇ ਗਿਆ ਹੈ, ਇਸ ਦੇ ਬਾਵਜੂਦ ਚਾਹੇ ਆਪਾਂ ਖੱਬਿਆਂ ਦੀ ਗੱਲ ਕਰ ਲਈਏ ਜਾਂ ਸੱਜਿਆਂ ਦੀ ਗੱਲ ਕਰ ਲਈਏ ਜਾਂ ਸਿੱਖ ਭਾਈਚਾਰੇ ਨਾਲ ਜਿਹੜੀ ਜੁੜੀ ਲੀਡਰਸ਼ਿਪ ਹੈ ਉਸ ਦਾ ਜ਼ਿਕਰ ਹੁੰਦਾ ਹੈ ਬਾਰ-ਬਾਰ ਜਿਹੜਾ ਹੈਗਾ, ਪਰ ਕੇਂਦਰ ਸਰਕਾਰ ਜਿਹਦੇ ਨਾਲ ਮੱਥਾ ਲੱਗਿਆ ਲਗਾਤਾਰ ਇਸ ਗੱਲ ਦਾ ਯਤਨਸ਼ੀਲ ਹੈਗੀ ਹੈ ਕਿ ਇਸ ਨੂੰ ਦੇਸ਼ ਧਰੋਹੀ ਕਿਹਾ ਜਾਏ, ਇਸ ਨੂੰ ਕਿਸੇ ਨਾ ਕਿਸੇ ਖਾਸ ਲਹਿਰ ਨਾਲ ਜੋੜ ਕੇ ਭੰਡਿਆ ਜਾਵੇ। ਇਦਾਂ ਦੀਆਂ ਨਾਕਾਮ ਕੋਸ਼ਿਸ਼ਾਂ ਜਦੋਂ ਦਾ ਅੰਦੋਲਨ ਚੱਲਿਆ ਲਗਾਤਾਰ ਹੋ ਰਹੀਆਂ ਹੈ। ਉਸ ਤੋਂ ਲੈ ਕੇ ਇਸ ਕੋਸ਼ਿਸ਼ ਨੂੰ ਕਿਵੇਂ ਦੇਖਦੇ ਹੋ, ਜਿਹੜਾ ਕੇਂਦਰ ਭੰਡਣ ਤੇ ਤੁਲਿਆ ਹੋਇਆ ਹੈ? ਮੰਗਾ ਮੰਨਣਾ ਤਾਂ ਦੂਰ ਦੀ ਗੱਲ ਹੈ ਕਿ ਬਦਨਾਮ ਕਰਕੇ ਕਿਵੇਂ ਭੰਨਿਆ ਜਾ ਸਕਦਾ? ਦੇਖੋ ਜੀ, ਜਿੱਥੇ ਵੀ ਕੋਈ ਇੱਕ ਨੇਸ਼ਨ ਸਟੇਟ ਤੇ ਕੌਮੀਅਤ ਖੜੀ ਕਰਨ ਦਾ ਮਸਲਾ ਹੈ ਦੁਨੀਆ ਸਾਰੀ ਦੇ ਵਿੱਚ, ਉਹ ਬੇਸ਼ੱਕ ਅਮਰੀਕਾ ਦਾ ਵਾਈਟ ਸੁਪਰੀਮੇਸੀ ਖੜੀ ਕਰਨ ਦੀ ਗੱਲਬਾਤ ਹੈ, ਇੱਥੇ ਸਾਨੂੰ ਮਤਲਬ ਕਿ ਹਿੰਦੂਤਵ ਦੀ ਸੁਪਰੀਮੇਸੀ ਖੜੀ ਕਰਨ ਦੀ ਗੱਲਬਾਤ ਹੈ। ਜਦੋਂ ਨੇਸ਼ਨ ਸਟੇਟ ਜਾਂ ਕੋਈ ਕੌਮ ਖੜੀ ਕਰਦੇ ਹੋ ਤੇ ਅੱਜ ਦੇ ਇਲੈਕਸ਼ਨ ਸਿਸਟਮ ਦੇ ਵਿੱਚ ਇਹ ਬਹੁਤ ਵੱਡਾ ਭੈੜ ਹੈ ਤੇ ਨੁਕਸ ਹੈ। ਉਹਦੇ ਵਿੱਚ ਵੋਟ ਬੈਂਕ ਤਿਆਰ ਹੁੰਦਾ, ਜਦੋਂ ਵੋਟ ਬੈਂਕ ਤਿਆਰ ਹੁੰਦਾ ਉਹ ਮਿਨੋਰਿਟੀ ਤੇ ਘੱਟ ਗਿਣਤੀਆਂ ਦੇ ਮੋਢੇ ਤੇ, ਉਹਨਾਂ ਦੇ ਕੰਧਿਆਂ ਉੱਤੇ ਉੱਥੇ ਖੜਾ ਕੀਤਾ ਜਾਂਦਾ, ਉਹਨਾਂ ਨੂੰ ਥੱਲੇ ਲਾ ਕੇ, ਉਹਨਾਂ ਨੂੰ ਭੰਡ ਕੇ, ਉਹਨਾਂ ਨੂੰ ਗਲਤ ਦਿਖਾ ਕੇ। ਇੱਥੇ ਵੀ ਸਾਰਾ ਕੁਝ ਇੱਕ ਪੁਰਾਣਾ ਸਾਡੇ ਹੈ। ਉਦੋਂ ਪਹਿਲੇ ਕਾਂਗਰਸ ਨੇ ਇੰਦਰਾ ਗਾਂਧੀ ਦੇ ਸਮਿਆਂ ਵਿੱਚ ਇਹ ਸਾਰਾ ਕੁਝ ਹੋਇਆ, ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਸਾਰਾ, ਉਹਦੇ ਵਿੱਚ ਵੀ ਤੁਸੀਂ ਹਿੰਦੂ ਵੋਟ ਬੈਂਕ ਨੂੰ ਬਹੁਤ ਵੱਡੇ ਲੈਵਲ ਤੇ ਇਕੱਠਾ ਕੀਤਾ। ਅੱਜ ਵੀ ਉਹ ਜਿਹੜਾ ਟਰਾਈਡ ਕੀਤਾ ਵਾ
ਜਿਹੜਾ ਪਹਿਲਾਂ ਟੈਸਟਡ ਜਿਹੜਾ ਫਾਰਮੂਲਾ ਉਹ ਫਾਰਮੂਲਾ ਇੱਥੇ ਵੀ ਵਰਤਿਆ ਜਾ ਇਸੇ ਕਰਕੇ 26 ਜਨਵਰੀ ਨੂੰ ਇਹ ਫਾਰਮੂਲੇ ਨੂੰ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤੇ ਨਾ ਵੀ ਕੋਈ ਕੌਮੀ ਝੰਡੇ ਦੀ ਕੋਈ ਬੇਹਰਮਤੀ ਜਾਂ ਉਹਦੀ ਬੇਅਦਬੀ ਨਹੀਂ ਹੋਈ, ਫਿਰ ਵੀ ਪੇਸ਼ ਕੀਤਾ ਗਿਆ ਕੋਈ ਝੂਠ ਤੇ ਫੇਕ ਨਿਊਜ਼ ਅੱਜ ਦੇ ਯੁੱਗ ਦਾ ਇਹ ਬਹੁਤ ਵੱਡਾ ਵਰਤਾਰਾ ਹੈ। ਤੇ ਇਸ ਕਰਕੇ ਹੁਣ ਵੀ ਕੋਸ਼ਿਸ਼ ਉਹਨਾਂ ਦੀ ਹੈ ਵੀ ਸਿੱਖਾਂ ਦਾ ਮਸਲਾ ਖੜਾ ਕੀਤਾ ਜਾਵੇ। ਉਦਾਹਰਨ ਦੇ ਤੌਰ ਤੇ ਨਨਕਾਣਾ ਸਾਹਿਬ ਦਾ 100 ਸਾਲਾ ਹੁਣ ਆ ਰਿਹਾ ਨਨਕਾਣਾ ਸਾਹਿਬ ਦੇ ਸਾਕੇ ਦਾ, ਤੇ ਜਿਹਦੇ ਵਿੱਚ 200 ਦੇ ਨੇੜੇ ਤੇੜ ਸ਼ਰਧਾ ਮਾਰੇ ਗਏ ਸੀ ਬੰਦੇ ਜਥੇ ਦੇ, ਤੇ ਐਡਾ ਵੱਡਾ ਸਾਕਾ ਹੋਇਆ ਸੀ ਜਿਹਨੇ ਸਾਰਾ ਦੇਸ਼ ਹਿਲਾਤਾ ਸੀ ਤੇ ਸਾਰਾ ਮੌਕੇ ਦੀ ਬ੍ਰਿਟਿਸ਼ ਸਰਕਾਰ ਵੀ ਹਿਲਾਤੀ ਸੀ, ਪਰ ਉੱਥੇ ਹੁਣ ਜਾਣ ਦਾ ਕਥਾ ਸੀ ਜਿਹੜਾ ਉਹਦਾ ਹੁਣ ਜਾਣ ਨਹੀਂ ਦਿੱਤਾ। ਕੋਸ਼ਿਸ਼ ਇਹ ਹੈ ਵੀ ਸਿੱਖਾਂ ਨਾਲ ਵਿਤਕਰੇ ਦਾ ਮਾਹੌਲ ਖੜਾ ਕਰਕੇ ਉਹਨਾਂ ਨੂੰ ਪ੍ਰਵੋਕ ਕੀਤਾ ਜਾਵੇ। ਜੇ ਉਹ ਆਪਣੇ ਸਿੱਖਾਂ ਵਾਲੇ ਮਸਲੇ ਨਾਲ ਜੋੜ ਕੇ ਖੜਾ ਕਰਦੇ ਆ ਤਾਂ ਫਿਰ ਕਿਸਾਨੀ ਮੋਰਚਾ ਕਮਜ਼ੋਰ ਹੋਵੇਗਾ, ਉਹਨੂੰ ਢਾਹ ਲੱਗੇਗੀ। ਇਹ ਜਿਹੜੇ ਵੰਡ ਕਰਨ ਦੀ ਤੇ ਪੋਲਰਾਈਜ਼ ਕਰਨ ਦੀ ਜਿਹੜੀ ਪਾਲਿਸੀ ਹੈ ਇੰਡੀਆ ਦੀ ਹੈ, ਸਰਕਾਰ ਦੀ ਹੈ, ਇਹ ਪੁਰਾਣੀ ਚੱਲੀ ਆਉਂਦੀ ਹੈ। ਬੇਸ਼ੱਕ ਸਰਕਾਰਾਂ ਬਦਲ ਗਈਆਂ, ਹੁਣ ਤਾਂ ਬਹੁਤ ਸਿੱਧੇ ਲੈਵਲ ਤੇ ਇਸ ਕਿਸਮ ਦੇ ਜਿਹੜੇ ਹੱਥ ਕੰਡੇ ਉਹ ਵਰਤੇ ਜਾ ਰਹੇ ਆ ਤੇ ਇਹਨਾਂ ਦੇ ਵਿੱਚੋਂ ਹੀ ਇਹ ਸਾਰਾ ਕੁਝ ਨਿਕਲਿਆ। ਤੇ ਅੱਜ ਨਿਕਲਿਆ 26 ਜਨਵਰੀ ਇੱਥੋਂ ਨਿਕਲਿਆ, ਉਹਦਾ ਅਗਲਾ ਸਰੂਪ ਹੈ ਵੀ ਤੁਸੀਂ ਜਥੇ ਬਣਦੇ ਹੋ। ਇਹ ਸਾਰਾ ਕੁਝ ਪਤਾ ਨਹੀਂ ਹਜੇ ਹੋਰ ਕੀ ਕੱਢਣਗੇ। ਤੇ ਫਿਰ ਇਹੀ ਕੋਸ਼ਿਸ਼ ਰਹੀ ਹੈ ਵੀ ਕੁਛ ਗੱਲ ਨੂੰ ਸਾਰੀ ਕਿਸਾਨ ਮੁੱਦਿਆਂ ਤੋਂ ਪਾਸੇ ਭਟਕਾ ਕੇ ਤੇ ਕੁਝ ਹੋਰ ਪਾਸੇ ਲੈ ਜਾਣ ਬੁੱਝ ਕੇ ਅਰੈਸਟਾਂ ਕਰਨੀਆਂ, ਜਾਣ ਬੁੱਝ ਕੇ ਬੰਦਿਆਂ ਦੇ ਉੱਤੇ ਕੇਸ 200-300 ਬੰਦੇ ਨੂੰ ਫੜ ਲੈਣਾ, ਇਹ ਸਾਰਾ ਕੁਝ ਉਸੇ ਪ੍ਰਕਿਰਿਆ ਦਾ ਹਿੱਸਾ, ਉਸੇ ਟੈਕਟਿਕਸ ਦਾ ਚਾਲਾਂ। ਹਾਂਜੀ ਜੀ ਜਸਪਾਲ ਜੀ, ਜਿਹੜਾ ਜਥੂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਬਿਲਕੁਲ ਜਿਹੜਾ ਹੈਗਾ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈ ਉਹਨਾਂ ਨੇ ਵੀ ਨਨਕਾਣਾ ਸਾਹਿਬ ਨੂੰ ਜਿਹੜਾ ਜਥਾ ਜਾਣਾ ਸੀ ਜਿਸ ਤਰੀਕੇ ਦੇ ਨਾਲ ਰੋਕਿਆ ਗਿਆ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੱਧੇ ਤੌਰ ਤੇ ਗੱਲ ਕਹੀ ਹੈ ਕੇਂਦਰ ਦੇ ਉੱਤੇ, ਕਿਉਂਕਿ ਕਿਸਾਨੀ ਅੰਦੋਲਨ ਪੰਜਾਬ ਨਾਲ ਜੁੜਿਆ ਹੋਇਆ, ਸਿੱਖ ਭਾਈਚਾਰੇ ਦਾ ਵੱਡਾ ਹਿੱਸਾ ਉਸ ਅੰਦੋਲਨ ਦੇ ਵਿੱਚ ਹਿੱਸਾ ਪਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਰੇਸ਼ਾਨ ਕਰਨ ਦੇ ਲਈ ਇਹ ਜਿਹੜਾ ਸਾਰਾ ਵਰਤਾਰਾ ਕੀਤਾ ਗਿਆ ਕਿ ਨਨਕਾਣਾ ਸਾਹਿਬ ਨੂੰ ਜਥਾ ਨਾ ਜਾਣ ਦਿੱਤਾ ਜਾਵੇ। ਲੱਗਦਾ ਕਿ ਕਿਸਾਨੀ ਅੰਦੋਲਨ ਨਾਲ ਸਿੱਧੇ ਤੌਰ ਤੇ ਵੀ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਤੁਸੀਂ ਇਦਾਂ ਦੇ ਅੰਦੋਲਨ ਕਰੋਗੇ ਤਾਂ ਅਸੀਂ ਇਹੋ ਜਿਹਾ ਕੁਝ ਕਰ ਸਕਦੇ ਹਾਂ। ਇਹ ਸਿੱਖ ਕਿਸਾਨੀ ਹੈ ਜਿਹੜੀ ਕਾਫੀ ਵੱਡੇ ਹਿੱਸੇ ਦੀ ਉਹਦੀ ਸ਼ਮੂਲੀਅਤ ਹੈ ਇਹਦੇ ਵਿੱਚ, ਉਹਦੇ ਵਿੱਚ ਅਗਵਾਈ ਵੀ ਕੀਤੀ ਹੈ ਸਿੱਖ ਕਿਸਾਨੀ ਨੇ, ਪੰਜਾਬ ਦੀ ਕਿਸਾਨੀ ਨੇ। ਜਿਹੜੀ ਪੰਜਾਬ ਦੀ ਕਿਸਾਨੀ ਮੋਟੇ ਤੌਰ ਤੇ ਸਿੱਖ ਕਿਸਾਨੀ ਹੈ ਉਹਨੂੰ ਸੁਨੇਹਾ ਦੇਣ ਦਾ ਹੈ, ਇਹ ਅੰਦੋਲਨਕਾਰੀਆਂ ਨੂੰ ਸੁਨੇਹਾ ਦੇਣ ਦਾ ਸਾਰਾ ਇਸ ਕਰਕੇ ਰੋਕਿਆ ਗਿਆ, ਜਾਣ ਕੇ ਸਾਰਾ ਕੁਝ ਕੀਤਾ। ਇਸ ਕਰਕੇ ਇਹ ਸਾਰੀ ਵੰਡ, ਸਵਾਲ ਤਾਂ ਇਹ ਆ ਵੀ ਤੁਸੀਂ ਕਿਸਾਨੀ ਮੁੱਦਿਆਂ ਤੋਂ ਭਟਕਾ ਦਿਓ ਲੋਕਾਂ ਨੂੰ। ਕਿਸਾਨੀ ਮੁੱਦਿਆਂ ਤੇ ਜਿਨ੍ਹਾਂ ਤੇ ਵਿੱਢੀ ਗਈ ਹੈ ਇਹ ਕਿਸਾਨੀ ਮੁੱਦੇ ਨਹੀਂ ਆ, ਉਹ ਜ਼ਿੰਦਗੀ ਮੌਤ ਦਾ ਸਵਾਲ ਹੈ, ਸਮਾਜਿਕ ਵੀ ਹੈ, ਆਰਥਿਕਤਾ ਵੀ ਹੈ, ਤੇ ਉਹਦੇ ਚ ਸਿਆਸੀ ਗੱਲਾਂ ਸਾਰੀਆਂ ਬਾਹਰ ਉਹਦੇ ਚੋਂ ਨਿਕਲਣਗੀਆਂ। ਜੇ ਸਿੱਧਾ ਤੁਹਾਨੂੰ ਸਿਆਸੀ ਨਹੀਂ ਲੱਗਦਾ ਹੈ ਵੀ ਨਹੀਂ, ਔਰ ਰੱਖਣਾ ਵੀ ਨਹੀਂ ਚਾਹੀਦਾ ਇਸ ਲੈਵਲ ਤੇ। ਤੁਸੀਂ ਵੇਖੋ ਆਰਥਿਕ ਲੈਵਲ ਤੇ ਗੱਲ ਇਹ ਹੈ ਵੀ ਹੁਣੇ ਹੀ ਰਿਪੋਰਟਾਂ ਛਪ ਰਹੀਆਂ ਵੀ 80 ਕਰੋੜ ਦੇ ਨੇੜੇ ਤੇੜ ਜਿਹੜੀ ਆਬਾਦੀ ਹੈ ਉਹ ਖੇਤੀ ਨਾਲ ਜੁੜੀ ਹੋਈ ਹੈ, ਤੇ 17 ਕਰੋੜ ਫੈਮਲੀਆਂ ਜਿਹੜੀਆਂ ਇਹਦੇ ਨਾਲ ਜੁੜੀਆਂ ਹੋਈਆਂ, ਜਿਹੜੀਆਂ ਅਫੈਕਟ ਹੋਣਗੀਆਂ ਨਵੇਂ ਕਾਨੂੰਨ ਬਣਨ ਨਾਲ। ਤੁਸੀਂ ਐਡੀ ਵੱਡੀ ਆਬਾਦੀ ਤੇ ਅਸਰ ਅੰਦਾਜ਼ ਹੋਏਗੀ ਜਿਹਦੇ ਵਿੱਚੋਂ ਸਾਰਾ ਕੁਝ ਨਿਕਲੇਗਾ। ਇਹਦੇ ਵਿੱਚੋਂ ਇੱਕ ਜਿਹੜਾ ਸਾਨੂੰ ਸਮਝਣਾ ਚਾਹੀਦਾ ਵੀ ਅਸੀਂ ਕਿੱਡਾ ਵੱਡਾ ਮੱਥਾ ਲਾਇਆ। ਅਸੀਂ ਸਾਰੀ ਦੁਨੀਆ ਦੀ ਵੱਡੀ ਲੜਾਈ ਹੈ ਕੈਪੀਟਲਿਜ਼ਮ ਦੇ ਵਿਰੁੱਧ, ਇਸ ਕਿਸਮ ਦਾ ਜਿਹੜਾ ਅੱਜ ਕੱਲ ਦਾ ਕਰੋਨੀ ਕੈਪੀਟਲਿਜ਼ਮ ਹੈ, ਅਸੀਂ ਇਹਦੇ ਵਿਰੁੱਧ ਲੜਾਈ ਲਾਈ ਹੈ। ਇਹ ਲੜਾਈ ਛੋਟੀ ਲੜਾਈ, ਇਹ ਦੁਨੀਆ ਵਿੱਚ ਤਾਂ ਹੋਰ ਥਾਵਾਂ ਤੇ ਵੈਸਟਰਨ ਵਰਲਡ ਹੈ ਜਿਹੜਾ, ਉਹਦੇ ਵਿੱਚ ਤਾਂ ਕਿਸਾਨ ਹਾਰ ਚੁੱਕੇ ਆ ਲੜਾਈ, ਕਿਸਾਨੀ ਨਿਕਲ ਚੁੱਕੀ ਹੈ, ਤੇ ਸਿਰਫ ਉਹਦੇ ਵਿੱਚ 2-3% 4% ਲੋਕ ਕਿਸਾਨੀ 'ਚ ਰਹਿ ਗਏ ਆ, ਉਹ ਵੀ ਸਰਕਾਰ ਦੀ ਵੱਡੀ ਸਬਸਿਡੀ ਤੇ ਜਿਉਂਦੇ ਆ, ਤੇ ਉਹਨਾਂ ਕੋਲ ਉਹ ਵੀ ਸਬਸਿਡੀ ਤੋਂ। ਹਾਂ, ਈਵਨ ਚੀਨ ਦਾ ਦੇਖੋ ਤੁਸੀਂ, ਚੀਨ ਦੀ ਵੀ ਦੁਨੀਆ ਦੀ ਸਬਸਿਡੀ ਤੋਂ ਜ਼ਿਆਦਾ ਹੈ, 200 ਬਿਲੀਅਨ ਡਾਲਰ ਦੀ ਸਬਸਿਡੀ ਹੈ, ਜਦੋਂ ਸਾਰੇ ਯੂਰਪ ਦੀ 100 ਬਿਲੀਅਨ ਡਾਲਰ ਦੇ ਨੇੜੇ ਤੇ ਸਬਸਿਡੀ ਹੈ, ਤੇ ਸਾਡੀ ਕਿਸਾਨੀ ਨੂੰ ਸਿਰਫ 11 ਬਿਲੀਅਨ ਸਬਸਿਡੀ ਸਾਲ ਦੀ ਮਿਲਦੀ ਹੈ। ਅਸੀਂ ਤਾਂ ਕਿਤੇ ਨੇੜੇ ਤੇੜੇ ਵੀ ਨਹੀਂ। ਉਹ ਸਬਸਿਡੀਆਂ ਦੇ ਉੱਤੇ, ਸਰਕਾਰੀ ਸਪੋਰਟ ਦੇ ਉੱਤੇ ਉਹ ਖੇਤੀਆਂ ਚੱਲਦੀਆਂ, ਫਿਰ ਵੀ ਖੇਤੀਆਂ 'ਚ ਲੋਕ ਨਿਕਲ ਰਹੇ ਆ। ਇੱਥੇ ਸਾਡੇ ਹਾਂ, ਇਹਦੇ ਮੈਂ ਇੱਕ ਗੱਲ ਪੂਰੀ ਕਰ ਲਾਂ।
ਦੀ ਆਬਾਦੀ ਦੇ ਵਿੱਚੋਂ ਸਾਡੇ ਜੀ। ਨਿਕਲ ਕੇ ਲੋਕ ਕਿੱਥੇ? ਅਸੀਂ ਹੁਣ ਤਾਂ ਕੋਈ ਯੋਗ ਹੈ ਨਹੀਂ। ਤਾਂ ਇਹ ਸੀ ਜਦੋਂ ਇੰਡਸਟਰੀਅਲ ਰੈਵੋਲੂਸ਼ਨ ਆਏ ਸੀ, ਉਹਨਾਂ ਨੇ ਜਿਹੜੇ ਖੇਤੀ ਚੋਂ ਨਿਕਲ ਕੇ ਲੋਕਾਂ ਨੂੰ ਸਾਂਭ ਲਿਆ, ਫਿਰ ਉੱਥੇ ਕਲੋਨੀਆਂ ਬਣਾਈਆਂ ਸੀ, ਉਹਦੇ ਬਾਹਰ ਤੁਸੀਂ ਕਬਜ਼ੇ ਕੀਤੇ ਸੀਗੇ ਹੋਰ ਥਾਵਾਂ ਤੇ, ਉੱਥੇ ਤੁਸੀਂ ਲੋਕ ਵਸਾਤੇ। ਸਾਰੀਆਂ ਕਲੋਨੀਆਂ ਯੂਰਪ ਚੋਂ ਨਿਕਲੀਆਂ ਲੋਕਾਂ ਦੀਆਂ, ਉਹਨਾਂ ਤੇ ਤੁਸੀਂ ਕਬਜ਼ੇ ਕਰਕੇ ਹੁਣ ਇਹ ਖੇਤ ਕਿੱਥੇ ਜਾਣਗੇ? ਅੱਜ ਦੇ ਜਿਹੜਾ ਆਟੋਮਾਈਜੇਸ਼ਨ ਦਾ ਯੁੱਗ ਹੈ, ਜਿਹਦੇ ਵਿੱਚ ਇੰਡਸਟਰੀ ਵੀ ਆਟੋਮਾਈਜੇਸ਼ਨ ਹੋ ਰਹੀ ਹੈ ਹਰ ਲੈਵਲ ਤੇ, ਉਹਦਾ ਜੌਬ ਕ੍ਰੀਏਟ ਹੀ ਨਹੀਂ ਕਰਦੀ। ਹੁਣ ਇਹ ਕਿੱਥੇ ਜਾਣਗੇ? ਇਸ ਕਰਕੇ ਜੀਵਨ ਮੌਤ ਦਾ ਸਵਾਲ ਬਹੁਤ ਵੱਡਾ ਸਵਾਲ ਹੈ। ਥੈਂਕ ਯੂ ਜਸਪਾਲ ਜੀ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਅਸੀਂ ਮੁੱਦੇ ਤੇ ਆ ਰਹੇ ਹਾਂ ਵਾਪਸ। ਅਮਨ ਸਾਹਮਣੇ ਪ੍ਰੋਗਰਾਮ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਸਾਡੇ ਨਾਲ ਹਨ ਸੀਨੀਅਰ ਜਰਨਲਿਸਟ ਜਸਪਾਲ ਸਿੰਘ ਸਿੱਧੂ ਜੀ। ਬ੍ਰੇਕ ਤੋਂ ਪਹਿਲਾਂ ਖੇਤੀ ਦੀ ਭੂਮਿਕਾ ਤੇ ਪੋਲੀਟੀਕਲ ਪਾਰਟੀਆਂ ਦੇ ਮੱਦੇਨਜ਼ਰ ਤੁਸੀਂ ਜਿਹੜਾ ਜ਼ਿਕਰ ਕਰ ਰਹੇ ਸੀ, ਇੱਕ ਸਵਾਲ ਮੈਂ ਪੰਜਾਬ ਦੀਆਂ ਰਾਜਸੀ ਪਾਰਟੀਆਂ ਬਾਰੇ ਵੀ ਜ਼ਰੂਰ ਲੈਣਾ ਚਾਹਾਂਗਾ ਕਿ ਪੰਜਾਬ ਦੀਆਂ ਰਾਜਸੀ ਪਾਰਟੀਆਂ ਦੀ ਜਿਹੜੀ ਭੂਮਿਕਾ ਹੈ ਖੇਤੀ ਅੰਦੋਲਨ ਦੇ ਮੱਦੇਨਜ਼ਰ, ਕੀ ਉਹ ਸੱਤਾ ਦੀਆਂ ਰੋਟੀਆਂ ਸੇਕਣ ਤੱਕ ਹੀ ਸੀਮਿਤ ਹੈ ਜਾਂ ਕਿਤੇ ਜ਼ਮੀਨੀ ਹਕੀਕਤਾਂ ਜਾਂ ਸੰਜੀਦਗੀ ਦੇ ਨਾਲ ਇਸ ਅੰਦੋਲਨ ਦੀ ਹਮਾਇਤ ਕਰ ਰਹੇ ਹੈ? ਦੇਖੋ, ਪਹਿਲੀ ਗੱਲ ਤਾਂ ਸਾਨੂੰ ਪਾਰਟੀਆਂ ਬਾਰੇ, ਜਿਹੜੀਆਂ ਸਾਡੀਆਂ ਮੇਨ ਸਟ੍ਰੀਮ ਪਾਰਟੀਆਂ ਜਿਹੜੀਆਂ ਇਲੈਕਸ਼ਨ ਲੜਦੀਆਂ ਤੇ ਸੱਤਾ ਦੀ ਲੜਾਈ ਲੜਦੀਆਂ, ਪਾਵਰ ਪੋਲਿਟਿਕਸ ਕਰਦੀਆਂ, ਅਸੀਂ ਉਹਨਾਂ ਬਾਰੇ ਕਲੀਅਰ ਹੋਣਾ ਚਾਹੀਦਾ। ਪਾਵਰ ਪੋਲਿਟਿਕਸ ਆ, ਸੱਤਾ 'ਚ ਕੁਰਸੀ ਤੱਕ ਪਹੁੰਚਣ ਦੀ ਉਹਨਾਂ ਦੀ ਪੋਲਿਟਿਕਸ ਹੁੰਦੀ ਹੈ, ਉਸੇ 'ਚ ਉਹਨਾਂ ਨੇ ਵੋਟ ਬੈਂਕ ਤਿਆਰ ਕਰਨਾ ਹੁੰਦਾ। ਜਿਹੜੀ ਲੜਾਈ ਹੈ ਲਈ ਲੜਨੀ ਆ ਜਾਂ ਸੰਘਰਸ਼ ਕਰਨਾ, ਉਹਦੇ ਵਿੱਚ ਪਾਰਟੀਆਂ ਤਾਂ ਹੀ ਪਾਸੇ ਕੱਢੀਆਂ ਗਈਆਂ। ਇਸੇ ਕਰਕੇ ਪਾਰਟੀਆਂ ਉਹ ਆਪਦਾ ਕੁਝ ਕਰੀ ਜਾਣ ਨਾ ਕਰੀ ਜਾਣ, ਉਹਨਾਂ ਨੂੰ ਤੁਸੀਂ ਸਟੇਜ ਤੇ ਵੀ ਨਹੀਂ ਬੋਲਣ ਦਿੰਦੇ, ਕਿਉਂਕਿ ਉਹਨਾਂ ਨੇ ਤਾਂ ਸੱਤਾ ਦੀ ਲੜਾਈ ਲੜਨੀ ਹੈ, ਕੁਰਸੀਆਂ ਦੀ ਲੜਾਈ ਲੜਨੀ ਹੈ ਤੇ ਇਸ ਸਿਸਟਮ ਨੂੰ ਸਟੇਟਸ ਕਿਉਂ ਇਉਂ ਦੀ ਤਿਉਂ ਰੱਖਣਾ। ਇਸ ਕਰਕੇ ਉਹ ਸਾਰੇ ਵੀ ਪਾਰਟੀਆਂ ਵਾਲੇ ਨੇ ਬੇਸਿਕਲੀ, ਜੇ ਅਸੀਂ ਦੇਖੀਏ ਕਾਂਗਰਸ, ਬੀਜੇਪੀ, ਅਕਾਲੀ ਦਲ, ਇਹ ਸਾਰੇ ਇਸ ਕਿਸਮ ਦੇ ਜਿਹੜੇ ਤਿੰਨੇ ਕਾਨੂੰਨ ਆਏ ਆ, ਇਹਨਾਂ ਦੇ ਹੱਕ 'ਚ ਹੈ। ਆਰਥਿਕ ਪਾਲਿਸੀਆਂ ਇਹਨਾਂ ਦੀਆਂ ਵੀ ਉਹੀ ਹੈ ਜਿਹਦੇ ਵਿੱਚ ਇੱਕ ਕਾਨੂੰਨ ਆਉਣੇ ਚਾਹੀਦੇ ਸੀ, ਨਹੀਂ ਕਾਂਗਰਸ ਲਿਆ ਸਕੀ। ਹੁਣ ਬੀਜੇਪੀ ਜਾਂ ਮੋਦੀ ਕਹਿੰਦਾ ਸੀ ਆਪਣੇ ਆਪ ਨੂੰ ਸਟਰੋਂਗ ਪੇਸ਼ ਕਰਦਾ, ਉਹ ਲੈ ਆਇਆ। ਤੇ ਇਸ ਕਰਕੇ ਇਹਨਾਂ ਦੀ ਲੜਾਈ ਲੜਨੀ ਨਹੀਂ ਹੈ, ਰੋਟੀਆਂ ਹੀ ਸੇਕਣਗੇ। ਜਾਂ ਇਹ ਹੁਣ ਇਸ ਕਰਕੇ ਚੁੱਪ ਹੋ ਕੇ ਬਹਿ ਗਏ ਆ ਵੀ ਇੱਥੇ ਇਰਰੈਲੇਵੈਂਟ ਹੋ ਗਏ ਆ ਸਾਰੇ, ਇਹਨਾਂ ਦੀ ਕੋਈ ਪੁੱਛਗਿੱਛ ਨਹੀਂ ਰਹੀ ਹੈ। ਹੁਣ ਆਪਦੇ ਆਪ ਨੂੰ ਇਸੇ ਕਰਕੇ ਜੀ ਜਸਪਾਲ ਜੀ, ਜਦੋਂ ਤੁਸੀਂ ਕਹਿੰਦੇ ਪੋਲੀਟੀਕਲ ਪਾਰਟੀਆਂ ਇਰਰੈਲੇਵੈਂਟ ਹੋ ਗਈਆਂ, ਇਹਦੇ ਨਾਲ ਹੀ ਜੁੜਿਆ ਵਾ ਸਵਾਲ, ਪੰਜਾਬ ਵਿੱਚ ਵੀ ਭਾਜਪਾ ਨੇ ਕੋਸ਼ਿਸ਼ ਕੀਤੀ ਇਸ ਗੱਲ ਦੀ ਕਿ ਫਿਰਕੂ ਲੀਹਾਂ ਦੇ ਉੱਤੇ ਵੰਡਿਆ ਜਾ ਸਕੇ, ਕਦੇ ਦਲਿਤ ਪੱਤੇ ਦੀ ਗੱਲ ਕੀਤੀ, ਕਿਸੇ ਇਸ ਤਰੀਕੇ ਨਾਲ ਹੋਰ ਪੱਤੇ ਖੇਡਣ ਦੀ, ਪਰ ਪੰਜਾਬੀਆਂ ਨੇ ਲੱਗਦਾ ਹੈ ਕਿ ਭਾਜਪਾ ਦਾ ਜਿਹੜਾ ਏਜੰਡਾ ਹੈ ਉਸ ਨੂੰ ਨਕਾਰ ਦਿੱਤਾ ਹੈ। ਜੋ ਕੁਝ ਸਾਹਮਣੇ ਆ ਰਿਹਾ ਇਸ ਵੇਲੇ ਅੰਦੋਲਨ ਨੂੰ, ਅਜੇ ਤੱਕ ਸਾਰਿਆਂ ਵਰਗਾਂ ਦੀ ਹਮਾਇਤ ਹੈ। ਦੇਖੋ, ਉਹ ਭਾਜਪਾ ਦਾ ਕੋਈ ਏਜੰਡਾ ਨਹੀਂ, ਜਿਹੜੇ ਸਾਡੇ ਬੀਜੇਪੀ ਦਾ ਏਜੰਡਾ, ਇਹ ਏਜੰਡਾ ਉਹਨਾਂ ਦਾ ਉਹੀ ਆ ਜਿਹੜਾ ਮੋਦੀ ਹੈ। ਮੋਦੀ ਦੇ ਨਾਂ ਤੇ ਵੋਟਾਂ ਸਾਰੀਆਂ ਕਾਰਪੋਰੇਸ਼ਨ 'ਚ ਵੀ ਲੈਣੀਆਂ ਸੀ, ਮਿਊਨਿਸਪਲ ਕਮੇਟੀਆਂ 'ਚ ਵੀ ਲੈਣੀਆਂ ਸੀ, ਤੇ ਮੋਦੀ ਦੇ ਵਿਰੁੱਧ ਇੱਥੇ ਸੰਘਰਸ਼ ਹੋ ਰਿਹਾ। ਇਸ ਕਰਕੇ ਇਹਨਾਂ ਨੇ ਕੀ ਹੈ, ਹਾਰਨਾ ਹੀ ਸੀਗਾ ਬਿਲਕੁਲ। ਇਹ ਹਰਿਆਣੇ 'ਚ ਵੀ ਪੰਚਾਇਤ ਇਲੈਕਸ਼ਨ ਸ਼ਾਇਦ ਨਾ ਹੋਣ ਦੇਣ, ਵੀ ਉੱਥੇ ਵੀ ਹਾਰਨ ਦਾ ਖਤਰਾ ਹੈਗਾ ਇਹਨਾਂ ਨੂੰ ਬਹੁਤਾ, ਭਾਜਪਾ ਨੂੰ। ਤੇ ਇਸ ਕਰਕੇ ਇਹਨਾਂ ਦਾ ਤਾਂ ਏਜੰਡਾ ਇਹ ਮੋਦੀ ਇਹਨਾਂ ਦੇ ਸਾਰੀ ਹਰ ਗੱਲ ਵਿੱਚ ਰਿਫਲੈਕਟ ਹੁੰਦਾ। ਇਸ ਕਰਕੇ ਇਹਨਾਂ ਦਾ ਤਾਂ ਮੋਦੀ ਨਾਲ ਜੁੜੇ, ਤੇ ਇਹ ਤਾਂ ਹੋਣਾ ਹੀ ਸੀਗਾ। ਇਸ ਕਰਕੇ ਬਾਕੀ ਜਿਹੜਾ ਹੁਣ ਇੱਕ ਬਿਲਕੁਲ ਕਲੀਅਰ ਗੱਲ ਹੈ, ਮੋਦੀ ਦੇ ਏਜੰਡੇ ਨੂੰ ਵੀ ਅਸੀਂ, ਜਾਂ ਉਹਦੀ ਪਾਰਟੀ ਨੂੰ, ਜਾਂ ਉਹਦੀ ਪਾਰਟੀ ਉਹਦੀ ਐਕਸਟੈਂਸ਼ਨ ਹੈ ਉਹਦੇ ਸਾਰੇ ਏਜੰਡੇ ਦੀ, ਉਹਨੂੰ ਵੀ ਅਸੀਂ ਐਕਸੈਪਟ ਨਹੀਂ ਕੀਤਾ ਬੜੇ ਬੁਰੀ ਤਰੀਕੇ ਨਾਲ। ਨਹੀਂ ਤਾਂ ਜਿਹੜੇ ਸ਼ਹਿਰ ਹੈ, ਕਸਬੇ ਹੈ, ਉਹ ਸਾਰੇ ਬੀਜੇਪੀ ਦਾ ਗੜ੍ਹ ਹੈ, ਉੱਥੇ ਆਉਣੇ ਚਾਹੀਦੇ ਸੀ। ਉਹ ਉਸ ਕਰਕੇ ਇਹਦਾ ਲੈਸਨ ਵੀ ਮੋਦੀ ਤੱਕ ਪਹੁੰਚਣਾ ਚਾਹੀਦਾ। ਜਸਪਾਲ ਜੀ, ਪੰਜਾਬ ਦੇ ਅੰਦੋਲਨ ਦਾ ਜਦੋਂ ਆਪਾਂ ਜ਼ਿਕਰ ਕਰਦੇ ਹਾਂ ਸਾਰੇ ਸੰਦਰਭ ਦੇ ਵਿੱਚ ਮੱਦੇਨਜ਼ਰ, ਕੀ ਇਹ ਅੰਦੋਲਨ ਜਿਹੜਾ ਹੈਗਾ ਖੇਤੀ ਕਾਨੂੰਨਾਂ ਦੀ ਗੱਲ ਤਾਂ ਹੈ ਹੀ ਹੈ, ਪੰਜਾਬ ਦੇ ਲਈ ਵੀ ਕੋਈ ਨਵੀਂ ਦਸ਼ਾ ਤੇ ਨਵੀਂ ਦਿਸ਼ਾ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇਗਾ? ਸੰਭਾਵਨਾਵਾਂ ਕਿਵੇਂ ਦੇਖਦੇ ਹੋ ਇਸ ਅੰਦੋਲਨ ਦੇ ਮੱਦੇਨਜ਼ਰ? ਇਸ ਅੰਦੋਲਨ ਨੇ ਬਿਲਕੁਲ ਹੀ ਸਾਰੀ ਹਾਲਾਤ ਨੂੰ ਬਦਲ ਦੇਣਾ। ਇਹ ਪਹਿਲਾਂ ਹੀ ਬਦਲਤਾ। ਤੁਸੀਂ ਇਹ ਦੇਖੋ ਵੀ ਇਹ ਪਾਰਟੀਆਂ ਦਾ ਜਿਹੜਾ ਮੋਹਰੀ ਰੋਲ ਸੀ, ਉਹ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ ਰਿਹਾ, ਉਹ ਪਿੱਛੇ ਹੋ ਗਿਆ, ਰੈਲੀਗੇਟਡ ਟੂ ਦਾ ਬੈਕਗਰਾਉਂਡ, ਪਿੱਛੇ ਬੈਕਗਰਾਉਂਡ ਚਲੀਆਂ ਗਈਆਂ, ਜਾਂ ਮਤਲਬ ਕਿ ਵੇਟ ਕਰ ਰਹੀਆਂ ਵੀ ਅਸੀਂ ਸਿਆਸਤ ਵਾਲਾ ਜਿਹੜਾ ਵੋਟ ਸਿਸਟਮ ਆ ਉਹ ਤਾਂ ਅਸੀਂ ਕੈਪਚਰ ਕਰੀਏ, ਕਿਵੇਂ ਕਰੀਏ, ਇਹ ਤਰੀਕੇ 'ਚ ਹੈ। ਉਸਨੇ ਅਪੀਲ ਕਰ ਦਿੱਤਾ ਸਾਰੇ ਸਿਸਟਮ ਨੂੰ। ਤੇ ਆਉਂਦੀਆਂ ਇਲੈਕਸ਼ਨਾਂ ਦੇ ਵਿੱਚ, ਜਾਂ ਤੁਸੀਂ ਇਹ ਕਹਿ ਦਿਓ
ਅਸੀਂ ਜਿੱਤਦੇ ਆ, ਕਿਸਾਨ ਮੋਰਚਾ ਜਿੱਤਿਆ ਜਾਂਦਾ ਹੈ ਜਾਂ ਅੱਧਾ ਜਿੱਤਿਆ ਜਾਂਦਾ ਹੈ ਜਾਂ ਹਾਰਿਆ ਜਾਂਦਾ, ਕੁਝ ਵੀ ਕੋਈ ਵੀ ਸੰਭਾਵਨਾ ਹਜੇ ਸਾਰੀਆਂ ਖੜੀਆਂ। ਇਹ ਮੁੜ ਕੇ ਪੰਜਾਬ ਦੀ ਪੋਲਿਟਿਕਸ ਉਹ ਨਹੀਂ ਹੋਣੀ, ਪੰਜਾਬ ਦੀ ਕੀ ਹਰਿਆਣੇ ਦੀ ਵੀ ਨਹੀਂ ਉਹ ਪੋਲਿਟਿਕਸ ਹੋਣੀ ਪਹਿਲੇ ਵਾਲੀ ਜਿਹੜੀ ਇਹ ਪਹਿਲਾਂ ਹੁੰਦੀ ਸੀ। ਇਹ ਸਾਰੀ ਚੀਜ਼ ਦੇ ਵਿੱਚ ਚਰਨਿੰਗ ਹੋ ਗਈ ਸੀ, ਮੰਥਨ ਹੋ ਗਿਆ। ਇਹ ਬਿਲਕੁਲ ਇਹਦੀ ਇੱਕੋ ਦਮ ਸ਼ੇਕ ਹੋ ਗਿਆ, ਸਾਰਾ ਕੁਝ ਬਦਲ ਗਿਆ ਸਾਰਾ ਕੁਝ। ਤੇ ਇਸ ਕਰਕੇ ਸਿਆਸਤ ਸਾਰੀ ਸਾਡੀ ਨਹੀਂ ਬਦਲੂ, ਵੈਸੇ ਦੇਸ਼ ਤਾਂ ਸਾਰੇ ਦੇਸ਼ ਦੀ ਸਿਆਸਤ ਨੇ ਬਦਲਣਾ। ਇਹਦਾ ਅਸਰ ਅੱਜ ਨਹੀਂ ਦਿਖਾਈ ਦਿੰਦਾ ਕਿਉਂਕਿ ਅੱਜ ਇੱਕ ਸਾਰੀ ਸਿਸਟਮ ਉਵੇਂ ਦੀ ਉਵੇਂ ਬੈਠਾ। ਜਦੋਂ ਇਹਦੀ ਤਬਦੀਲੀ ਆ ਜਿਹੜੀ ਇਹਦੇ ਲਈ ਕੁਝ ਹੋਰ ਸਮਾਂ ਲੱਗੇਗਾ ਹੁਣ ਸਾਹਮਣੇ ਆਉਣ ਦੇ ਵਿੱਚ। ਸਾਹਮਣੇ ਤਬਦੀਲੀ ਆਉਣੀ ਆ, ਵੱਡੀਆਂ ਤਬਦੀਲੀਆਂ ਆਉਣੀਆਂ। ਐਡੀ ਵੱਡੀ ਤਬਦੀਲੀ ਦੀ ਲੜਾਈ ਲੜੀ ਜਾ ਰਹੀ ਹੈ। ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿਸਾਨ ਜਥੇਬੰਦੀਆਂ ਦਾ। ਪਹਿਲਾਂ ਕਹਿ ਦਿੰਦੇ ਸੀ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ, ਹੁਣ ਕੌਮੀ ਪੱਧਰ ਤੇ ਸੰਯੁਕਤ ਮੋਰਚਾ। ਇੰਨੇ ਵੱਡੇ ਅੰਦੋਲਨ ਨੂੰ ਅੱਗੇ ਸਿਖਰ ਵੱਲ ਨੂੰ ਲੈ ਕੇ ਜਾਣਾ, ਵੱਡੀਆਂ ਚੁਣੌਤੀਆਂ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਦੀ ਭੂਮਿਕਾ ਬਾਰੇ ਕੀ ਕਹੋਗੇ ਕਿ ਵੱਖ-ਵੱਖ ਆਏ, ਵੱਖ-ਵੱਖ ਸਟੇਟਸ ਆਏ, ਫਿਰ ਇੱਕ ਅੰਦੋਲਨ ਨੂੰ ਇੱਕ ਰੂਪ ਲੈ ਕੇ ਅੱਗੇ ਨੂੰ ਵੱਧ ਰਹੇ? ਦੇਖੋ, ਕਿਸਾਨ ਲੀਡਰਸ਼ਿਪ ਬਾਰੇ 2-3 ਗੱਲਾਂ ਚੱਲਦੀਆਂ ਸਾਰੀਆਂ। ਕਿਸਾਨ ਲੀਡਰਸ਼ਿਪ ਨੇ ਤਾਂ ਕੋਈ ਵੱਡਾ ਕੋਈ ਨੁਕਸ ਨਹੀਂ ਕੀਤਾ, ਵੱਡਾ ਕੋਈ ਗਲਤ ਪਾਲਿਸੀ ਨਹੀਂ ਕੀਤੀ, ਸਾਰਾ ਠੀਕ ਜਾ ਰਿਹਾ, ਇਸੇ ਕਰਕੇ ਚੱਲ ਰਿਹਾ। ਪਰ ਕੁਝ ਸਾਡਾ ਇੱਕ ਜਿਹੜਾ ਸਭ ਤੋਂ ਅਨਫੋਰਚੂਨੇਟ ਬਦਕਿਸਮਤ ਗੱਲਬਾਤ ਇਹ ਹੈ ਵੀ ਸਾਡੇ ਇਸ ਮੋਰਚੇ ਦੇ ਵਿੱਚ ਜਿਹੜੀ ਲੜਾਈ ਸਭ ਦੀ ਸਾਂਝੀ ਲੜਾਈ ਹੈ, ਉਹਨੂੰ ਖੱਬੇ ਤੇ ਸੱਜੇ, ਕਾਮਰੇਡ ਤੇ ਸਿੱਖਾਂ ਦੀ ਲੜਾਈ ਪੇਸ਼ ਕੀਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਆਪਣੇ ਆਪ ਚ 26 ਦੇ ਮੋਰਚੇ ਨੂੰ ਇਸ ਕਿਸਮ ਦਾ ਕੀਤਾ ਜਾ ਰਿਹਾ ਪੇਸ਼ ਵੀ ਇਹ ਬਹੁਤ ਵੱਡੀ ਕਮਜ਼ੋਰੀ ਸੀ ਕਿਸਾਨ ਲੀਡਰਾਂ ਦੀ, ਇਸ ਕਰਕੇ ਹੋਇਆ ਵੀ ਕਈ ਥਾਵਾਂ ਤੇ ਕਮਜ਼ੋਰੀ ਹੈ। ਕਿਸਾਨ ਲੀਡਰ ਵੀ ਇੱਕ ਬਹੁਤ ਵੱਖਰੇ ਕਿਸਮ ਦੀ ਇੱਕ ਆਰਥਿਕਤਾ ਦੀਆਂ ਲੜਾਈਆਂ ਲੜਨ ਵਾਲੇ ਸੀ, ਛੋਟੇ ਸੀਗੇ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ, ਪਰ ਉਹ ਗਰੋ ਵੱਧ ਗਿਆ ਅੱਗੇ ਉਹਨਾਂ ਨੂੰ ਸਮਝ ਆ ਗਈ ਸਾਰੀ ਕੁਛ। 26 ਚੋਂ ਵੀ ਉਹਨਾਂ ਨੇ ਸਿੱਖਿਆ। ਦੂਜੇ ਪਾਸੇ ਸਾਡੇ ਸਿੱਖ ਜਥੇਬੰਦੀਆਂ ਦੇ ਵੀ ਇਹ ਹੈਗੀ, ਇਹਨਾਂ ਨੇ ਵੀ ਕਾਫੀ ਕੁਝ ਸਿੱਖਿਆ 26 ਤੋਂ ਬਾਅਦ। ਪਹਿਲਾਂ 26 ਤੋਂ ਬਾਅਦ ਇੱਕੋ ਦਮ ਰੌਲਾ ਪੈ ਗਿਆ ਸੀ, ਹੁਣ ਉਹ ਫੇਰ ਥੋੜਾ ਜਿਹਾ ਥੱਲੇ ਆ ਗਏ ਆ ਤੇ ਫੇਰ ਲੋਕ ਉਸ ਕਿਸਮ ਦੇ ਉੱਥੇ ਜਾਣ ਲੱਗ ਗਏ ਆ। ਸਾਰੇ ਦੁਬਾਰਾ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਲੋਕ ਜਾਣ ਲੱਗ ਗਏ ਆ, ਦੁਬਾਰਾ ਫੇਰ ਸਟੇਬਿਲਿਟੀ ਆ ਗਈ ਹੈ। ਇਸ ਕਰਕੇ ਸਭ ਤੋਂ ਵੱਡੀ ਲੋੜ ਜਿਹੜੀ ਹੈ ਇਸ ਕਰਕੇ ਮੋਰਚੇ ਦੀ ਕਾਮਯਾਬੀ ਲਈ, ਔਰ ਲੋਕ ਮਹਿਸੂਸ ਵੀ ਕਰਦੇ ਆ। ਤੁਸੀਂ ਇਹ ਦੇਖੋ ਵੀ ਚੰਡੀਗੜ੍ਹ ਵਿੱਚ ਵੀ ਅੱਜ ਇੱਥੇ ਬਹੁਤ ਵੱਡਾ ਇਕੱਠ ਹੋਇਆ, ਸਾਰਾ ਪੰਜਾਬੀ ਬੋਲੀ ਤੇ ਭਾਸ਼ਾ ਤੇ ਇਕੱਠ। ਦੂਜਾ ਇੱਕ ਮਹਾ ਪੰਚਾਇਤ ਹੋਈ, ਉੱਥੇ ਬਹੁਤ ਵੱਡਾ ਇਕੱਠ ਹੋਇਆ ਦੋਨੋਂ ਥਾਵਾਂ ਤੇ ਪੰਜਾਬ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਤੁਸੀਂ ਸੋਚ ਸਕਦੇ ਹੋ ਰੋਜ਼ ਸ਼ਾਮ ਨੂੰ ਮਟਕਾ ਚੌਂਕ ਦੇ ਵਿੱਚ 1000 ਬੰਦਾ ਇਕੱਠਾ ਹੁੰਦਾ ਤੇ ਮੁਹਾਲੀ ਵਿੱਚ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕੋਈ ਸਪੋਰਟ ਹੈ ਨਹੀਂ, ਪਰ ਕਈ ਚੀਜ਼ਾਂ ਹੈ ਜਿਹੜੀਆਂ ਹੌਲੀ ਹੌਲੀ ਸਮੇਂ ਨਾਲ ਠੀਕ ਹੋ ਜਾਣਗੀਆਂ। ਇੱਕ ਤਾਂ ਸਾਡੇ ਸਿੱਖਾਂ ਦੇ ਤੇ ਕਾਮਰੇਡਾਂ ਦੇ ਵਿੱਚ ਥੋੜੇ ਜਿਹੇ ਡਿਫਰੈਂਸਸ, ਕਾਫੀ ਡਿਫਰੈਂਸਸ ਹੈ, ਵਿਚਾਰਧਾਰਾ ਦੇ ਡਿਫਰੈਂਸਸ ਵੀ ਹੈ, ਅਤੇ ਸਿਆਸਤ ਵੱਲ ਅਪਰੋਚ ਪਹੁੰਚ ਹੈ ਜਿਹੜੀ ਉਹਦੇ 'ਚ ਡਿਫਰੈਂਸਸ ਹੈਗੇ ਆ, ਉਹ ਅਸੀਂ ਮੰਨਦੇ ਕਰਕੇ ਅਲੱਗ-ਅਲੱਗ ਹੈ। ਪਰ ਅਸੀਂ ਹੁਣ ਵੱਡੀ ਲੜਾਈ ਦੇ ਸੰਦਰਭ ਦੇ ਵਿੱਚ ਚਾਹੀਦਾ ਇਹਨਾਂ ਨੂੰ ਵੀ ਉਹਨਾਂ ਨੂੰ ਤੁਸੀਂ ਵਧਾਓ ਨਾ, ਹਵਾ ਨਾ ਦਿਓ, ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰੋ। ਇਹ ਘਟਾਉਣ ਦੇ ਵਿੱਚ ਕਮਜ਼ੋਰ ਆ, ਫਲਾਨਾ, ਸਭ ਵਿੱਚ ਕਮਜ਼ੋਰੀਆਂ, ਦੋਨੋਂ ਸਾਈਡਾਂ ਤੇ ਕਮਜ਼ੋਰੀਆਂ। ਸਿੱਖਾਂ ਵਾਲੇ ਪਾਸੇ ਜ਼ਿਆਦਾ ਪੋਲਿਟਿਕਸ ਭਾਰੂ ਹੈ, ਆਰਥਿਕਤਾ ਤੇ ਸੋਸ਼ਲ ਇਸ਼ੂ ਬਹੁਤ ਪਿੱਛੇ ਹੈ। ਕੱਲੀ ਪੋਲਿਟਿਕਸ 70 ਸਾਲਾਂ ਤੋਂ ਉਹੀ ਪੋਲਿਟਿਕਸ ਸਾਡੇ ਨਾਲ ਚੱਲੀ ਜਾਂਦੀ ਹੈ। ਦੂਜੇ ਪਾਸੇ ਉਹ ਪੋਲਿਟਿਕਸ ਉਹਨਾਂ ਦੇ ਹੈ ਨਹੀਂ, ਸੱਭਿਆਚਾਰ ਤੇ ਕਲਚਰ ਨੂੰ ਕਾਮਰੇਡ ਨਾਲ ਨਹੀਂ ਲੈਂਦੇ, ਪਿੱਛੇ ਛੱਡ ਜਾਂਦੇ, ਉਹ ਇਕੱਲੇ ਆਰਥਿਕ ਮੰਗ ਜਾਂਦੇ ਆ। ਇਸ ਕਰਕੇ ਕਮਜ਼ੋਰੀਆਂ ਦੋਨੋਂ ਪਾਸੇ ਆ ਤੇ ਇਹ ਕਮਜ਼ੋਰੀਆਂ ਵੈਸੇ ਤਾਂ ਆਪਸ ਵਿੱਚ ਦੀ ਜਿਹੜਾ ਇੰਟਰੈਕਸ਼ਨ ਹੋ ਰਿਹਾ ਇਹਦੇ ਵਿੱਚੋਂ ਆਪਦੇ ਅਮਲ ਚੋਂ ਕੱਢ ਸਿੱਖਣਗੇ, ਕਿਸੇ ਦੇ ਆ ਜਾਣਗੇ। ਜਸਪਾਲ ਜੀ, ਇੱਕ ਅਹਿਮ ਸਵਾਲ ਜਿਹੜਾ ਹੈਗਾ, ਤੁਸੀਂ ਕੌਮੀ ਪੱਧਰ ਤੇ ਵੀ ਪੰਜਾਬ 'ਚ ਵੀ ਜਿਹੜਾ ਹੈਗਾ ਲੰਬੇ ਸਮੇਂ ਤੋਂ ਦਹਾਕਿਆਂ ਤੱਕ ਰਿਪੋਰਟਿੰਗ ਕੀਤੀ ਹੈ, ਪਰ ਇੱਕ ਸਵਾਲ ਮੈਂ ਜ਼ਰੂਰ ਬੀਇੰਗ ਏ ਜਰਨਲਿਸਟ ਤੁਹਾਡੇ ਕੋਲੋਂ ਲੈਣਾ ਚਾਹਾਂਗਾ। ਇਹਨਾਂ ਦਿਨਾਂ 'ਚ ਬਹੁਤ ਵੱਡਾ ਮਾਮਲਾ ਉੱਠਦਾ ਬਾਰ-ਬਾਰ, ਮੋਦੀ ਮੀਡੀਆ, ਗੋਦੀ ਮੀਡੀਆ। ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਮੀਡੀਆ ਦਾ ਭੂਮਿਕਾ ਨੂੰ ਕਿਵੇਂ ਦੇਖ ਰਹੇ ਆ? ਵੇਖੋ, ਮੈਂ ਜਿਹੜਾ ਸਰਕਾਰੀ ਪੱਧਰ ਦਾ ਮੀਡੀਆ ਜਿਹੜਾ ਹੁੰਦਾ, ਸਰਕਾਰ ਮੀਡੀਆ ਨੂੰ ਬਹੁਤ ਕੰਟਰੋਲ ਰੱਖਦੀ ਹੈ। ਮੈਂ ਦਿਲਬਾਗ
ਪਰਿਵਾਰ ਸਾਹਿਬ ਦੇ ਉੱਤੇ ਫੌਜੀ ਹਮਲੇ ਵੇਲੇ ਰਿਪੋਰਟਰ ਦੇ ਤੌਰ ਤੇ ਕੰਮ ਕੀਤਾ ਤੇ ਮੇਰੇ ਸਾਹਮਣੇ ਹੀ ਮਤਲਬ ਕਿ ਦੇ ਵਿਰੁੱਧ ਕਿਸ ਕਿਸਮ ਦੀਆਂ ਖਬਰਾਂ ਘੜੀਆਂ ਜਾਂਦੀਆਂ ਸੀ। ਉਹਦੇ ਤੇ ਮੈਂ 2 ਕਿਤਾਬਾਂ ਵੀ ਲਿਖੀਆਂ ਸਾਰੀਆਂ। ਉਹਨੂੰ ਅੰਬੈਡਡ ਮੀਡੀਆ ਕਹਿੰਦੇ ਸੀਗਾ, ਜਿਹਦਾ ਹੁਣ ਸਹੀ ਨਾਂ ਰਵੀਸ਼ ਕੁਮਾਰ ਵਰਗੇ ਨੇ ਗੋਦੀ ਮੀਡੀਆ ਕੱਢ ਲਿਆ। ਮੈਨੂੰ ਤਾਂ ਪਿਛਲੇ 35 ਸਾਲਾਂ ਦਾ ਇਸੇ ਗੱਲ ਦਾ ਤਜਰਬਾ ਹੈ। ਮੈਂ ਤਾਂ ਇਸ ਤੇ ਗੱਲ ਤੇ ਲੜਦਾ ਆਇਆ ਵੀ ਸਰਕਾਰਾਂ 'ਚ ਜਿਹੜਾ ਮੀਡੀਆ ਅੱਗੇ ਪੇਸ਼ ਕਰਦਾ ਉਹਦੇ 'ਚੋਂ 50% ਸਿੱਧਾ ਝੂਠ ਹੁੰਦਾ। ਹੁਣ ਉਹ ਤੋਂ ਵੱਧ ਝੂਠ ਹੋਣ ਲੱਗ ਗਿਆ ਕਿਉਂਕਿ ਆ ਗਿਆ, ਮੈਨੂਪੂਲੇਸ਼ਨ ਦੇ ਤਰੀਕੇ ਬਹੁਤ ਆ ਗਏ। ਹੁਣ ਤੁਹਾਡੇ ਕੋਲ ਜਿਹੜੀ ਟੈਕਨੀਕ ਹੈ, ਟੈਕਨੋਲੋਜੀ ਹੈ, ਉਹਨੂੰ ਤੁਸੀਂ ਵਰਤ ਕੇ ਫੋਟੋ ਵੀ ਇੱਧਰ ਉੱਧਰ ਕਰ ਸਕਦੇ ਹੋ ਤੇ ਹੋਰ ਸਾਰਾ ਇਹਦੇ ਵਿੱਚ ਜਿਹੜੇ ਫੇਕ ਨਿਊਜ਼ ਨੂੰ ਸੱਚ ਦੇ ਲੈਵਲ ਤੇ ਵੀ ਦਿਖਾ ਸਕਦੇ ਹੋ, ਝੂਠੀ ਨਿਊਜ਼ ਨੂੰ। ਇਹ ਸਾਰਾ ਕੁਝ ਸਾਡੇ ਇਹ ਆਇਆ ਵਾ ਪਹਿਲਾਂ ਸੀ। ਸਿੱਖਾਂ ਨੂੰ ਬਦਨਾਮ ਕਰਨ ਵੇਲੇ ਹੀ ਇਹ 84 'ਚ ਹੀ ਆ ਗਿਆ ਸੀਗਾ। ਉਹਨਾਂ ਨੂੰ ਕੱਲਿਆਂ ਨੂੰ ਪਾਸੇ ਕੱਢਦਾ ਸੀ। ਮੰਗਾਂ ਕਿੱਥੇ ਆ? ਮੰਗਾਂ ਕਿਸੇ ਨੂੰ ਨਹੀਂ ਪਤਾ। ਇਹ ਹੀ ਆ ਜੀ, ਉਹ ਦੇਸ਼ ਧਰੋਹੀ ਸੀ, ਦੇਸ਼। ਇਸ ਕਰਕੇ ਸਾਰੇ ਦੇਸ਼ ਦੇ ਵਿੱਚ ਇਹੀ ਗੱਲ ਹੋਈ ਵੀ ਮੀਡੀਆ ਇੰਨਾ ਮਾੜਾ ਕੰਮ ਕਰਦਾ ਹੈ। ਸਾਡੇ ਸਿੱਖਾਂ ਤੇ ਕੁੱਟ ਪਈ, ਸਿੱਖ ਮਾਰੇ ਗਏ, ਸਿੱਖ ਨਵੰਬਰ 84 ਵੀ ਹੋ ਗਿਆ, ਬਹੁਤ ਕੁਝ ਉਹਨਾਂ ਤੇ ਧੱਕਾ ਹੋਇਆ। ਫੇਰ ਵੀ ਹਜੇ ਤੱਕ ਸਿੱਖਾਂ ਨੂੰ ਹੀ ਮਾੜਾ ਸਮਝਿਆ ਜਾਂਦਾ ਵੀ ਇਹਨਾਂ ਨੇ ਗਲਤ ਕੀਤੀ ਸੀ, ਡਿਜ਼ਰਵ ਕਰਦੇ ਸੀ ਜੀ, ਹੋਣਾ ਹੀ ਸੀ ਇਹਨਾਂ ਨਾਲ। ਬਾਹਰਲੇ ਦੇਸ਼ ਵਿੱਚ ਇਹ ਸਾਰਾ ਪੰਜਾਬ ਲੰਘ ਜੋ ਸਾਰੇ ਦੇਸ਼ ਵਿੱਚ ਇਹੀ ਹੈ ਵੀ ਬਹੁਤ ਸੋਹਣੇ ਤਰੀਕੇ ਨਾਲ KPS ਗਿੱਲ ਨੇ ਇਹ ਜੀ ਸ਼ਾਂਤ ਕਰਤਾ, ਪੰਜਾਬ ਕੰਟਰੋਲ ਕਰ ਲਿਆ। ਤੇ ਜਿਹੜੇ ਲੋਕਾਂ ਦਾ ਲਹੂ ਲੁਹਾਨ ਹੋਇਆ ਉਹਦੀ ਕੋਈ ਗੱਲ ਨਹੀਂ, ਪੰਜਾਬ ਦੇ ਮੰਗਾਂ ਦੀ ਕੋਈ ਗੱਲ ਨਹੀਂ। ਇਹ ਸਾਰਾ ਕੁਝ ਮੀਡੀਆ ਹੈ। ਤੁਸੀਂ ਇੱਕ ਹੋਰ ਮੈਂ ਗੱਲ ਕਹਿਣਾ ਚਾਹੂੰ, ਮੀਡੀਆ ਇਸ ਕਿਸਮ ਦਾ ਗਲਤ ਪ੍ਰਚਾਰ ਤੇ ਪ੍ਰਾਪੋਗੰਡਾ ਕਰਦਾ ਵੀ ਹਰ ਥਾਂ ਉੱਤੇ ਨਵੰਬਰ 84 ਵੇਲੇ ਕਿਸੇ ਨੇ ਇੰਸਟਰਕਸ਼ਨਾਂ ਨਹੀਂ ਦਿੱਤੀਆਂ ਵੀ ਸਿੱਖਾਂ ਨੂੰ ਬਾਹਰ ਕੱਢ ਕੇ ਮਾਰੋ, ਪਰ ਹਰ ਦੇਸ਼ ਦੇ ਕੋਨੇ-ਕੋਨੇ ਵਿੱਚ ਮੀਡੀਆ ਰਾਹੀਂ ਫੈਲਾਇਆ ਗਿਆ ਵੀ ਸਿੱਖ ਗਦਾਰ ਆ, ਸਿੱਖ ਦੇਸ਼ ਧਰੋਹੀ ਆ, ਸਿੱਖ ਦੇਸ਼ ਨੂੰ ਖਰਾਬ ਕਰ ਰਹੇ ਆ, ਸਿੱਖ ਡੈਮੋਕ੍ਰੇਸੀ 50 ਕਿਸਮ ਜੀ ਜਸਪਾਲ ਜੀ ਆਪਣੇ ਕੋਲੇ ਸਮਾਂ ਨਹੀਂ। ਮੀਡੀਆ ਵੱਲੋਂ ਇੱਕ ਕਰਤੂਤ ਹੈ 26 ਜਨਵਰੀ ਨੂੰ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੀਡੀਆ ਪੂਰੇ ਤਰੀਕੇ ਨਾਲ ਕੰਟਰੋਲ ਹੋਇਆ ਜੀ 26 ਜਨਵਰੀ ਨੂੰ। ਪੂਰਾ ਮੀਡੀਆ ਵੀ ਕੰਟਰੋਲ ਹੋਇਆ, ਸਰਕਾਰੀ ਤੰਤਰ ਵੀ ਕੰਟਰੋਲ ਹੋਇਆ ਤੇ ਪੁਲਿਸ ਨੇ ਜਾਣਬੁੱਝ ਕੇ ਲੋਕ ਲਾਲ ਕਿਲੇ ਵੱਲ ਨੂੰ ਮੋੜੇ ਆ। ਹਾਂ, ਇਹ ਸਾਰਾ ਕੁਝ ਇਹ ਇੱਕ ਤਰ੍ਹਾਂ ਦਾ ਟਰੈਪ ਸੀ, ਇੱਕ ਜਾਲ ਲਾਇਆ ਸੀਗਾ ਸਰਕਾਰ ਨੇ। ਕਾਫੀ ਹੱਦ ਤੱਕ ਸਰਕਾਰ ਜਾਲ ਲਾ ਕੇ ਫਿਰ ਉਹਦੇ ਚ ਉਹਨੇ ਫਾਇਦਾ ਵੀ ਕਾਫੀ ਕੱਟਿਆ, ਪਰ ਇਹ ਆ ਸ਼ੁਕਰ ਹੈ ਵੀ ਸਾਰੀ ਚੀਜ਼ ਠੀਕ ਹੋ ਗਈ। ਮਿਹਰਬਾਨੀ ਜਸਪਾਲ ਜੀ, ਥੈਂਕ ਯੂ ਵੈਰੀ ਮਚ। ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ। ਇਹ ਸਨ ਜਸਪਾਲ ਸਿੰਘ ਸਿੱਧੂ, ਜਿਨ੍ਹਾਂ ਦੇ ਅਸੀਂ ਧੰਨਵਾਦੀ ਹਾਂ, ਜਿਨ੍ਹਾਂ ਨੇ ਪੰਜਾਬ ਬਾਰੇ, ਕਿਸਾਨੀ ਅੰਦੋਲਨ ਬਾਰੇ ਖੁੱਲ੍ਹ ਕੇ ਦਲੇਰਾਨਾ ਟਿੱਪਣੀਆਂ ਕੀਤੀਆਂ। ਤੁਹਾਡੇ ਸਾਰਿਆਂ ਵੱਲੋਂ ਮੈਂ ਇੱਕ ਵਾਰ ਮੁੜ ਉਹਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਲਵਾਂਗਾ ਇਜਾਜ਼ਤ। ਅਗਲੇ ਹਫ਼ਤੇ ਇੰਝ ਹੀ ਆਪਾਂ ਕਿਸੇ ਹੋਰ ਅਹਿਮ ਹਸਤੀ ਦੇ ਨਾਲ ਕਰਾਂਗੇ ਮੁਲਾਕਾਤ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।